ਸੋ ਏਸ਼ੀਆ ਟੀਵੀ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ। ਸੋ ਜੋ ਅੱਜ ਇੱਥੇ ਮਾਈਨਿੰਗ ਨੂੰ ਲੈ ਕੇ ਇੱਕ ਅੰਦੋਲਨ ਚੱਲ ਰਿਹਾ ਹੈ, ਇੱਥੇ ਇੱਕ ਧਰਨਾ ਲਗਾਇਆ ਗਿਆ। ਆਪਾਂ ਗੱਲ ਕਰਾਂਗੇ ਗੁਰਨਾਮ ਸਿੰਘ ਜੀ ਜੱਸੜਾ ਨਾਲ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਤੁਹਾਡਾ ਜੀ, ਵਿਦੇਸ਼ਾਂ ਵਿਦੇਸ਼ਾਂ ਸਾਡੀ ਆਵਾਜ਼ ਪਹੁੰਚਾਉਣ ਵਾਸਤੇ ਜੀ। ਸੋ ਅੱਜ ਜਿਹੜਾ ਇਹ ਧਰਨਾ ਆ, ਤੇ ਜਿਹੜਾ ਅੱਜ ਤੁਸੀਂ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਮੰਗ ਪੱਤਰ ਨਹੀਂ ਦੇਣਾ, ਸੋ ਕੀ ਕਾਰਨ ਇਸ ਦਾ ਜੀ? ਅਸੀਂ ਜਿੱਦਣ ਤੋਂ ਇਹ ਮਾਫੀਆ ਸ਼ੁਰੂ ਹੋਇਆ ਇੱਥੇ, ਅਸੀਂ ਉਦੋਂ ਤੋਂ ਹੀ ਸੰਘਰਸ਼ੀਲ ਹੈ। ਜਦੋਂ ਉਹ ਮਾਫੀਆ ਗਲਤ ਚੱਲਣ ਲੱਗਿਆ, ਅਸੀਂ ਐਸਡੀਐਮ ਸਾਹਿਬ ਨੂੰ ਮਿਲੇ। ਐਸਡੀਐਮ ਸਾਹਿਬ ਨੇ ਸਾਡੀ ਕਿਸੇ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ 750 ਵਰਗ ਫੁੱਟ ਨੂੰ ਦਿੱਤਾ ਸੀ ਡੀਸਿਲਟਿੰਗ ਵਾਸਤੇ, ਪਰ ਉਹ ਮਾਈਨਿੰਗ ਕਰ ਰਿਹਾ, ਨਜਾਇਜ਼ ਮਾਈਨਿੰਗ, ਔਰ ਉਹਦਾ ਕੋਈ ਵੀ ਟੈਕਸ ਪੰਜਾਬ ਸਰਕਾਰ ਦੇ ਖਜ਼ਾਨੇ ਨਹੀਂ ਜਾਂਦਾ। ਤੁਸੀਂ ਤੁਰੰਤ ਕਾਰਵਾਈ ਕਰਕੇ ਉਹਨੂੰ ਰੋਕੋ, ਅਤੇ ਜਿਹੜਾ ਉਹਨਾਂ ਵੱਧਾ ਪੱਟਿਆ, ਵੱਧਾ ਮਾਈਨਿੰਗ ਕੀਤੀ ਹੈ, ਉਹਦਾ ਪੈਸਾ ਪੰਜਾਬ ਦੇ ਖਜ਼ਾਨੇ 'ਚ ਵਿਦ ਜੁਰਮਾਨਾ ਜਮ੍ਹਾਂ ਕਰਵਾਓ। ਪਰੰਤੂ ਸਾਡੀ ਕੋਈ ਪਰਵਾਹ ਨਹੀਂ ਕੀਤੀ। ਇਸ ਕਰਕੇ ਅਸੀਂ 4 ਤਰੀਕ ਨੂੰ ਇੱਥੇ ਧਰਨਾ ਦਿੱਤਾ। ਉਸ ਧਰਨੇ 'ਚ ਅਸੀਂ 5 ਨੁਕਤੇ ਐਸਡੀਐਮ ਸਾਹਿਬ ਨੂੰ ਬੇਨਤੀ ਕੀਤੀ ਅਮਲ ਕਰਨ ਵਾਸਤੇ। ਪਹਿਲਾ ਨੁਕਤਾ ਸੀ ਕਿ ਜਿਹੜਾ ਫਾਲਤੂ ਮਾਲ ਪੱਟਿਆ, ਉਹਦੀ ਮਿਣਤੀ ਕਰਾ ਕੇ ਉਹਦਾ ਪੈਸਾ ਪੰਜਾਬ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਵੇ। ਦੂਜਾ ਸੀ ਸਾਡਾ ਕਿ ਉਹ ਪਰਚੀਆਂ ਦਿੰਦਾ 8 ਟਨ ਦੀਆਂ, ਮਾਲ ਜਾ ਰਿਹਾ 50 ਟਨ, ਉਹਦਾ ਵਜਨ ਕਰਾ ਕੇ ਉਹਦੇ ਤੇ ਜੋ ਇਸ ਟਾਈਮ ਠੇਕੇਦਾਰ ਮਾਈਨਿੰਗ ਕਰ ਰਿਹਾ ਉਹ 'ਤੇ 420 ਦਾ ਪਰਚਾ ਕਰਿਆ ਜਾਵੇ। ਉਹ ਧੋਖਾ ਕਰ ਰਿਹਾ ਪੰਜਾਬ ਨਾਲ। ਤੀਜਾ ਸਾਡਾ ਇਹ ਸੀ ਕਿ ਉਹਨੂੰ ਤੁਰੰਤ ਕਾਰਵਾਈ ਕਰਕੇ ਬੰਦ ਕੀਤੀ ਜਾਵੇ। ਚੌਥਾ ਸਾਡਾ ਇਹ ਸੀ ਵੀ ਉਹ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਪ੍ਰਸ਼ਾਸਨ ਤੇ ਵੀ ਤੇ ਸੰਘਰਸ਼ੀ ਜਥੇਬੰਦੀਆਂ ਤੇ ਵੀ। ਸੋ ਇਲਜ਼ਾਮਾਂ ਤੋਂ ਮੈਂ ਗੱਲ ਕਰਦਾ ਕਿ ਉਹਨਾਂ ਵੱਲੋਂ ਤੁਹਾਡੇ ਤੇ ਆਰੋਪ ਲਗਾਏ ਗਏ ਨੇ ਕਿ ਤੁਸੀਂ ਜਿਹੜਾ ਅਸੀਂ 5 ਲੱਖ ਰੁਪਏ ਦਾ ਕੁਝ ਇੱਦਾਂ ਰੌਲਾ ਕਿ ਤੁਹਾਨੂੰ ਦਿੱਤਾ ਗਿਆ। ਮੇਰੇ ਤੇ ਆਰੋਪ ਲਗਾਏ ਗਏ ਕਿ 5 ਲੱਖ ਰੁਪਇਆ ਦੇ ਦਿੱਤਾ, ਪਰੰਤੂ ਕੱਲ ਉਹਨਾਂ ਨੇ ਮੇਰੇ ਕੋਲ ਬੰਦੇ ਭੇਜੇ ਰੋਪੜ, ਮੈਂ ਕਚਹਿਰੀ 'ਚ ਹਾਜ਼ਰ ਸੀ। ਉਹ ਕਹਿੰਦੇ ਪ੍ਰਧਾਨ ਜੀ ਤੁਹਾਨੂੰ 7 ਲੱਖ ਦਿਵਾਉਣੇ ਆ। ਜਦੋਂ ਮੈਨੂੰ 5 ਲੱਖ ਦੇ ਚੁੱਕੇ ਹੋ, 7 ਲੱਖ ਕਿਉਂ ਦੇਣ ਵਾਸਤੇ ਮੇਰੇ ਕੋਲ ਬੰਦੇ ਭੇਜ ਰਹੇ ਹੋ? ਤੀਜਾ ਉਹ ਕਹਿ ਰਹੇ ਜੀ 20 ਲੱਖ ਸੌਦਾ ਹੋਇਆ। ਇਹ ਜਿਹੜਾ ਪ੍ਰਸ਼ਾਸਨ ਹੈ ਉਹਦੇ ਨਾਲ ਮਿਲ ਕੇ ਮੈਨੂੰ ਟਾਰਗੇਟ ਕਰਕੇ ਮੇਰੇ ਖਿਲਾਫ ਕਹਿ ਰਿਹਾ ਕਿ ਤੁਸੀਂ ਐਫੀਡੈਵਿਟ ਦਿਓ ਪ੍ਰਧਾਨ ਦੇ ਖਿਲਾਫ, ਅਸੀਂ ਉਹਨੂੰ ਅੰਦਰ ਕਰਦੇ ਆ, ਤੁਸੀਂ ਆਪਣਾ ਕੰਮ ਚਲਵਾਓ। ਕਿਉਂਕਿ ਜਦੋਂ ਕੋਈ ਸੰਘਰਸ਼ੀ ਜਥੇਬੰਦੀ ਉੱਠਦੀ ਹੈ, ਜੋ ਉਹਦਾ ਮੋਹਰੀ ਹੁੰਦਾ, ਉਹਦੇ ਤੇ ਸਰਕਾਰਾਂ ਇਲਜ਼ਾਮ ਲਾਉਂਦੀਆਂ। ਇਹਦਾ ਕਾਰਨ ਇਹ ਹੈ ਕਿ ਇੱਥੇ ਰੌਲਾ ਇਹ ਪਿਆ ਹੋਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਟਾ ਉਹ ਇਹਦੇ ਵਿੱਚ ਹਿੱਸੇਦਾਰ ਹੈ। ਉਹਨੇ ਪ੍ਰੈਸ਼ਰ ਪਾਇਆ ਸਾਡੇ ਕੈਪਟਨ ਸਾਹਿਬ ਤੇ। ਕੈਪਟਨ ਸਾਹਿਬ ਰਾਹੀਂ ਇਹ ਜੋ ਡੀਸਿਲਟਿੰਗ ਦਾ ਇਹ ਪਾਸ ਕੀਤਾ ਗਿਆ ਤਾਂ ਕਿ ਡੀਜ਼ਲ ਦੇ ਨਾਂ ਤੇ ਮਾਈਨਿੰਗ ਕੀਤੀ ਜਾਵੇ, ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਕੋਈ ਪੈਸਾ ਨਾ ਜਾਵੇ। ਸਿੱਧਾ ਤੇ ਸਿੱਧਾ ਜੋ ਪੈਸਾ ਹੈ ਉਹ ਠੇਕੇਦਾਰ ਨੂੰ, ਮਾਈਨਿੰਗ ਮਾਫੀਆ ਨੂੰ, ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਤੇ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਤੱਕ ਪਹੁੰਚੇ। ਸੋ ਸਰਕਾਰਾਂ ਦੀ ਜੇ ਗੱਲ ਕਰੀਏ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਟਰਨ ਬਾਈ ਟਰਨ ਸਰਕਾਰਾਂ ਆਉਂਦੀਆਂ ਨੇ, ਪਰ ਜਿਹੜਾ ਇਹ ਮਾਈਨਿੰਗ ਦਾ ਕੰਮ ਹੈ ਤਾਂ ਜਿਹੜਾ ਇਹ ਮਾਫੀਆ ਹੈ, ਇਹਦੇ ਤੇ ਕਦੋਂ ਠੱਲ ਪਏਗੀ, ਕਦੋਂ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਏ? ਦੇਖੋ, ਮੈਂ ਤਾਂ ਇੱਕ ਬੇਨਤੀ ਕਰਦਾ ਵੀ ਜਦੋਂ ਇੱਕ ਰਾਜਾ ਚੋਰ ਹੈ ਤਾਂ ਪ੍ਰਜਾ ਤਾਂ ਉਹਦੇ ਜਿਹੜੇ ਮਤਹਿਤ ਕੰਮ ਕਰ ਰਹੇ ਆ ਉਹ ਚੋਰੀ ਕਰਨਗੇ, ਤੇ ਪ੍ਰਜਾ ਦਾ ਹਾਲ ਜੋ ਆ ਬੈਠੀ ਆ ਪ੍ਰਜਾ ਇਹੀ ਹੋਊਗਾ। ਕਿਉਂਕਿ ਜਿਹੜੀ ਸਾਡੀ ਪ੍ਰਜਾ ਹੈ ਇਹ ਆਪਣੇ ਹੱਕਾਂ ਵਾਸਤੇ ਅਵੇਅਰ ਨਹੀਂ। ਅਗਰ ਇਹ ਹੱਕਾਂ ਵਾਸਤੇ ਅਵੇਅਰ ਹੋ ਕੇ ਜੋ ਸਾਡੇ ਰਾਜਸੀ ਨੇਤਾ, ਮੰਤਰੀ, ਐਮਐਲਏ ਵਗੈਰਾ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਫਰਜ਼ ਹੈ ਉਹਨਾਂ ਨੂੰ ਅਹਿਸਾਸ ਕਰਾਵੇ, ਉਹਨਾਂ ਨੂੰ ਮਜਬੂਰ ਕਰੇ ਫਰਜ਼ ਨਿਭਾਉਣ ਵਾਸਤੇ, ਇਹ ਉਦੋਂ ਠੱਲ ਪੈ ਸਕਦੀ ਹੈ ਜਦ ਤੱਕ ਸਾਡੀ ਆਮ ਜਨਤਾ ਅਵੇਅਰ ਹੋ ਕੇ ਉਹਨਾਂ ਨੂੰ ਅਹਿਸਾਸ ਨਹੀਂ ਕਰਾਉਂਦੀ, ਉਹਨਾਂ ਦੇ ਗਲਾਂ ਵਿੱਚ ਛਿੱਤਰਾਂ ਦਾ ਹਾਰ ਨਹੀਂ ਪਾਉਂਦੀ, ਆਉਣ ਵਾਲੀਆਂ ਅੱਗੇ ਵਾਲੀਆਂ ਚੋਣਾਂ 'ਚ ਉਹਨਾਂ ਤੋਂ ਪਿਛਲੀਆਂ ਚੋਣਾਂ ਦਾ ਹਿਸਾਬ ਕਿਤਾਬ ਨਹੀਂ ਮੰਗਦੀ, ਉਦੋਂ ਤੱਕ ਬਿਲਕੁਲ ਇੱਥੇ ਠੱਲ ਨਹੀਂ ਪੈਣੀ। ਇੱਕ ਸਵਾਲ ਹੋ ਰਿਹਾ ਹੈ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਰੋਪੜ ਦੇ ਵਿੱਚ ਇੱਕ ਵੱਡੇ ਹੜ੍ਹ ਆਏ ਨੇ, ਬਹੁਤ ਜਿਹੜਾ ਨੁਕਸਾਨ ਹੋਇਆ, ਜਾਨੀ ਮਾਲੀ ਨੁਕਸਾਨ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ, ਘਰਾਂ ਦਾ ਨੁਕਸਾਨ ਹੋਇਆ, ਫਸਲਾਂ ਦਾ ਵੀ ਨੁਕਸਾਨ ਹੋਇਆ, ਤੇ ਉਸ ਨੂੰ ਲੈ ਕੇ ਹੀ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਦਰਿਆ ਸਾਫ਼ ਕੀਤਾ ਜਾ ਰਿਹਾ, ਨਾ ਕਿ ਇੱਥੋਂ ਕੋਈ ਰੇਤਾ ਵੇਚਿਆ ਜਾ ਰਿਹਾ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਕਹਿੰਦੇ ਹੋ? ਇਹ ਸਰਕਾਰ ਦੀ ਬਹਾਨੇਬਾਜ਼ੀ ਹੈ। ਅਗਰ ਇਹਨਾਂ ਹੜ੍ਹ ਰੁਕਣੇ ਆ ਤਾਂ ਜਿਹੜੀ ਹੁਣ ਡੀਸਿਲਟਿੰਗ ਸ਼ੁਰੂ ਕੀਤੀ ਹੈ ਉਹਨੂੰ ਪਟਵਾ ਕੇ ਬੰਨਾਂ ਤੇ ਪਵਾਵੇ, ਬੰਨ ਉੱਚੇ ਕਰੇ। ਬੰਨ ਤਾਂ ਇਹਨਾਂ ਨੇ 3-3 ਫੁੱਟ ਨੀਵਾਂ ਕਰਤਾ, ਟਿੱਪਰ ਲੰਘਦੇ ਨੇ ਉੱਥੇ। ਹੜ੍ਹ ਦਾ ਬਚਾਓ ਕਿੱਥੇ ਕਰ ਰਹੇ ਆ? ਦੂਜੀ ਗੱਲ, ਜਦੋਂ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ, ਉਹਨੂੰ ਅਸੀਂ ਬੇਨਤੀ ਕੀਤੀ ਨੂੰ ਤੁਰਤ ਰੋਕਿਆ ਜਾਵੇ। ਐਸਡੀਐਮ ਸਾਹਿਬ ਸਾਨੂੰ ਅੱਗੇੋਂ ਕਹਿ ਰਹੇ ਆ ਥੋੜ੍ਹਾ ਜਿਹਾ ਅੱਗੇ ਉੱਚੀ ਜਗ੍ਹਾ ਹੈ ਉਹਨੂੰ ਚੁਕਵਾ ਦਈਏ। ਮੈਂ ਐਸਡੀਐਮ ਸਾਹਿਬ, ਜਗ੍ਹਾ ਤਾਂ ਉੱਚੀ ਹੋਈ ਹੋ ਜਾਣੀ ਹੈ, ਜਿੰਨਾ ਪੱਟਦੇ ਜਾਓਗੇ ਜਗ੍ਹਾ ਉੱਚੀ ਹੋਈ ਜਾਣੀ ਹੈ। ਵੀ ਇਹ ਗੱਲ ਨਾ ਤੁਸੀਂ ਕਰੋ, ਉਹਨੂੰ ਤੁਰਤ ਬੰਦ ਕਰੋ। ਇਹ ਸਰਕਾਰ ਦੀ ਇੱਕ ਬਿਲਕੁਲ ਨਲਾਇਕੀ ਆ, ਇਹ ਉਹਦੀ ਇੱਕ ਸ਼ਰਾਰਤ ਹੈ, ਉਹਦੀ ਨੀਤ ਸਾਫ਼ ਨਹੀਂ ਹੈ। ਇਹ ਜਾਣਬੁੱਝ ਕੇ ਨੁਕਸਾਨ ਕਰ ਰਹੀ ਹੈ। ਅਸੀਂ ਵੀ 4-5 ਰਾਤਾਂ ਦਿਨ ਰਾਤ ਉੱਥੇ ਦਰਖਤ ਕੱਟ ਕੇ ਲਾਏ। ਇਹ ਮੰਤਰੀ ਸਾਹਿਬ ਸਾਡੇ ਕੋਲ ਖੜਾ ਹੁੰਦਾ ਸੀ, ਇਹ ਮੰਤਰੀ ਸਾਹਿਬ ਨੂੰ
ਉਹ ਪੁਰਾਣਾ ਸਮਾਂ ਮੈਂ ਯਾਦ ਕਰਾਇਆ ਮੀਟਿੰਗ 'ਚ ਆਪਣੀ 'ਚ, ਪਰੰਤੂ ਇਸ ਮੰਤਰੀ ਸਾਹਿਬ ਨੇ ਆਪਣੇ ਨਿੱਜ ਵਾਸਤੇ ਉਹ ਸਾਡਾ ਯਾਦ ਕਰਾਇਆ ਸਮਾਂ ਵਿਸਾਰਤਾ। ਇਹ ਸਰਕਾਰਾਂ ਦੇ ਵਿਹਲੇ ਇੱਕ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਕੋਈ ਇਹਨਾਂ ਨੂੰ ਆਮ ਲੋਕਾਂ ਦਾ ਕੋਈ ਬਿਲਕੁਲ ਖਤਰਾ, ਇਹਨਾਂ ਨੂੰ ਖਤਰੇ ਦਾ ਕੋਈ ਫਿਕਰ ਨਹੀਂ ਹੈ। ਇਹਨਾਂ ਨੂੰ ਫਿਕਰ ਆ ਤਾਂ ਆਪਣੀਆਂ ਜੇਬਾਂ ਦਾ ਕਿ ਸਾਡੀਆਂ ਜੇਬਾਂ 'ਚ ਕਿਆ ਪੈਂਦਾ। ਆਪਣੀ ਆਮ ਜਨਤਾ ਜਾਵੇ ਢੱਠੇ ਖੂਚ। ਸੋ ਇਸ ਧਰਨੇ ਤੋਂ ਹਟ ਕੇ ਜਿਹੜਾ ਅਸਲ ਕਿਸਾਨਾਂ ਦਾ ਇੱਕ ਵੱਡਾ ਧਰਨਾ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਹੈ, ਉੱਥੇ ਬਾਰੇ ਕੀ ਪ੍ਰੋਗਰਾਮਿੰਗ ਹੈ ਇਸ ਏਰੀਏ ਦੀ, ਕਿਉਂਕਿ ਤੁਸੀਂ ਇੱਥੋਂ ਮੂਹਰੇ ਹੋ, ਪ੍ਰਧਾਨ ਹੋ, ਸੋ ਉੱਥੇ ਕਿਵੇਂ ਚੱਲ ਰਿਹਾ ਜੀ? ਇੱਥੋਂ ਕਿਸਾਨ ਕਿੱਦਾਂ ਜਾ ਰਹੇ ਨੇ, ਉਹਨਾਂ ਦੇ ਆਉਣ ਜਾਣ ਤੇ ਉੱਥੇ ਕਿਵੇਂ ਵਿਚਰ ਰਹੇ ਨੇ? ਦੇਖੋ, ਮੈਂ ਇੱਥੇ ਪਿੰਡਾਂ ਜਾ ਰਿਹਾ। ਇਸ ਧਰਨੇ ਬਾਰੇ ਵੀ ਮੈਂ ਲੋਕਾਂ ਨੂੰ ਆਗਾਹ ਕੀਤਾ। ਮੈਂ ਉਸ ਧਰਨੇ ਬਾਰੇ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਣ ਵਾਸਤੇ। ਅਸੀਂ ਗਰੁੱਪ ਬਣਾਏ ਹੋਏ ਆ। ਕਿਸੇ ਪਿੰਡ ਛੋਟੇ ਆਬਾਦੀ ਆ 5 ਦੀ, ਵੱਡੀ ਆਬਾਦੀ ਆ 10-10 ਦੇ ਗਰੁੱਪ। ਉਹ ਵਾਰੀ ਸਿਰ 5-5 7-7 ਦਿਨ ਵਾਸਤੇ ਉਸ ਧਰਨੇ 'ਤੇ ਜਾ ਰਹੇ ਆ। ਅੱਜ ਵੀ ਸਾਡੇ ਇਲਾਕੇ 'ਚੋਂ ਗਏ ਨੇ ਤੇ ਸਾਡੇ ਚਮਕੌਰ ਸਾਹਿਬ ਤੋਂ ਬੱਸ ਜਾਂਦੀ ਹਫ਼ਤੇ ਬਾਅਦ। ਉਹ ਜਿਹੜੇ ਛੋਟੇ ਪਿੰਡ ਨੇ ਜਿਨ੍ਹਾਂ ਕੋਲ ਪੈਸੇ ਦੀ ਘਾਟ ਹੈ ਉਹ ਬੱਸ 'ਤੇ ਜਾਂਦੇ ਨੇ, ਔਰ ਜਿਨ੍ਹਾਂ ਕੋਲ ਪੈਸਾ ਹੈ ਉਹ ਆਪਣੀਆਂ ਕਾਰਾਂ ਕਿਰਾਏ 'ਤੇ ਕੀਤੀਆਂ ਹੋਈਆਂ ਨੇ, ਉਹ ਕਿਰਾਏ 'ਤੇ ਜਾਂਦੇ ਨੇ। ਸਾਡੇ ਇਲਾਕੇ ਵਿੱਚੋਂ ਬਿਲਕੁਲ ਕੋਈ ਘਾਟ ਨਹੀਂ ਉੱਥੇ ਜਾਣ ਵਾਸਤੇ, ਜੋ ਬੰਦੇ ਲਗਾਤਾਰ ਜਾ ਰਹੇ ਹਨ। ਸੋ ਤੁਹਾਡੇ ਨਾਲ ਵੀ ਇੱਕ ਸਵਾਲ ਹੈ, ਕਿਉਂਕਿ ਨੌਜਵਾਨੀ ਦਾ ਇੱਕ ਵੱਡਾ ਹੱਥ ਹੈ ਦਿੱਲੀ ਦੇ ਅੰਦੋਲਨ ਦੇ ਵਿੱਚ। ਸੋ ਨੌਜਵਾਨ ਜਿਹੜੇ ਨੇ ਉਹ ਸੰਘਰਸ਼ੀਲ ਨੇ, ਪੂਰੇ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਉਹਨਾਂ ਨੇ ਮਾਰਾਂ ਵੀ ਝੱਲੀਆਂ, ਤਿਹਾੜ ਜੇਲ੍ਹ ਦੇ ਵਿੱਚ ਵੀ ਬੰਦ ਨੇ, ਬਹੁਤ ਛੁੱਟ ਵੀ ਗਏ ਨੇ। ਸੋ ਕਿਵੇਂ ਤੁਸੀਂ ਪ੍ਰੇਰਿਤ ਕਰਦੇ ਹੋ ਪਿੰਡਾਂ 'ਚ ਜਾ ਕੇ ਨੌਜਵਾਨਾਂ ਨੂੰ? ਸਰ, ਅਸੀਂ ਆਪਣੀ ਸੰਸਥਾ ਜਿਹੜੀ ਸਾਡੀ ਕਿਸਾਨ ਯੂਨੀਅਨ ਕਾਦੀਆਂ ਹੈਗੀਆਂ, ਉਹਦੇ ਅਸੀਂ ਨੁਮਾਇੰਦੇ ਹੈਗੇ ਹਾਂ, ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ। ਨੌਜਵਾਨਾਂ ਨੂੰ ਵੱਧ ਤੋਂ ਵੱਧ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਨਿਕਲੋ, ਔਰ ਨਿਕਲ ਵੀ ਰਹੇ ਹਾਂ, ਆਪਣੀ ਜ਼ਿੰਮੇਵਾਰੀਆਂ ਲੈ ਰਹੇ ਹਾਂ। ਸੋ ਇਹ ਕਾਫੀ ਫੈਲਾਇਆ ਜਾ ਰਿਹਾ ਕਿ ਅੱਜ ਜਿਹੜਾ ਸੰਘਰਸ਼ ਹੈਗਾ ਦਿੱਲੀ, ਕਿਤੇ ਨਾ ਕਿਤੇ ਠੱਲ ਪਈ ਆ। ਕੋਈ ਠੱਲ ਨਹੀਂ ਪਈ। ਲਗਾਤਾਰ ਜੋ ਸਾਨੂੰ ਦਿੱਲੀ ਤੋਂ ਕਾਲ ਆਉਂਦੀ ਆ ਜਾਂ ਸਾਨੂੰ ਜ਼ਿੰਮੇਵਾਰੀਆਂ ਮਿਲ ਰਹੀਆਂ, ਅਸੀਂ ਤਨਦੇਹੀ ਨਾਲ ਨਿਭਾ ਰਹੇ ਹਾਂ। ਸੋ ਤੁਹਾਡਾ ਬੇਸਿਕਲੀ ਅਸਲ ਏਰੀਆ ਕਿਹੜਾ ਜੀ? ਰੋਪੜ ਜ਼ਿਲ੍ਹਾ ਜਾਂ? ਜੀ, ਮੈਂ ਰੋਪੜ ਤੋਂ ਹੀ ਹਾਂ। ਸੋ ਬਾਕੀ ਮੈਂ ਸਰ ਅੱਜ ਬਾਰੇ ਕਹਿਣਾ ਚਾਹੁੰਦਾ ਕਿ ਇਹ ਰੋਪੜ ਜ਼ਿਲ੍ਹਾ ਇੱਕ ਕੁਦਰਤੀ ਸਰੋਤਾਂ ਦਾ ਜ਼ਿਲ੍ਹਾ ਹੈ। ਇਹ ਇਕੱਲੀ ਚਮਕੌਰ ਸਾਹਿਬ ਦੀ ਨਹੀਂ, ਰੋਪੜ ਜ਼ਿਲ੍ਹੇ ਨੂੰ ਆਪਾਂ ਰੋਪੜ ਤੋਂ ਪਰਲੇ ਪਾਸੇ ਵੀ ਚੱਲ ਜਾਈਏ, ਭਰਤਗੜ੍ਹ, ਆਨੰਦਪੁਰ ਸਾਹਿਬ। ਇਹ ਸਰੋਤਾਂ ਤੋਂ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਦਾ, ਜਿਵੇਂ ਹੋਰ ਜਿਹੜੀਆਂ ਸਟੇਟਾਂ ਨੇ, ਕਿਤੇ ਕੋਲਾ ਨਿਕਲਦਾ ਧਰਤੀ 'ਚੋਂ, ਹਰ ਇੱਕ ਜਗ੍ਹਾ ਕਿਤੇ ਪੱਥਰ ਨਿਕਲਦਾ, ਮਾਰਬਲ ਨਿਕਲਦਾ, ਉਵੇਂ ਹੀ ਪੰਜਾਬ ਦੇ ਵਿੱਚ ਜਿਹੜਾ ਰੋਪੜ ਜ਼ਿਲ੍ਹਾ ਆ, ਇੱਥੋਂ ਇੱਕ ਬਹੁਤ ਵੱਡੀ ਜਿਹੜੀ ਇਹ ਦੇਣ ਹੈ ਕਿ ਇੱਥੋਂ ਰੇਤਾ, ਬਜਰੀ, ਹਰ ਇੱਕ ਕਿਸਮ ਦਾ ਰੇਤਾ ਜਿਹੜਾ ਉਹ ਨਿਕਲਦਾ ਤੇ ਉਹਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਗਰੁੱਪ ਬਣ ਜਾਂਦੇ ਨੇ, ਉਹ ਭਾਵੇਂ ਛੋਟੇ ਵੱਡੇ, ਭਾਵੇਂ ਲੀਡਰਾਂ ਦੇ। ਸੋ ਇਹਦੇ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਜਿਹੜਾ ਪੈਸਾ ਹੈ ਇਸ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਵੀ ਯੂਜ਼ ਹੋਣਾ ਚਾਹੀਦਾ। ਸਰ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਹੈ। ਇਹ ਜਿਹੜੀ ਪਰਚੀ ਕੱਟੀ ਜਾਂਦੀ ਹੈ ਨਾ ਇਹਨਾਂ ਨੂੰ, ਇਹ 8 ਤੋਂ 9 ਟਨ ਦੀ ਕੱਟੀ ਜਾਂਦੀ ਹੈ। ਤੁਸੀਂ ਕਿਸੇ ਵੀ ਟਿੱਪਰ ਨੂੰ ਮਾਰ ਲਓ, ਇੱਧਰ ਆ ਸਾਹਮਣੇ ਟਿੱਪਰ ਖੜਾ ਹੈ, ਘੱਟ ਤੋਂ ਘੱਟ 50 ਪਲੱਸ ਹੋਏਗਾ ਉਹਦੇ 'ਚ। ਇਹ ਕਿੱਥੇ ਜਾ ਰਿਹਾ? ਇਹ ਨਜਾਇਜ਼ ਮਾਈਨਿੰਗ ਇਸੇ ਨੂੰ ਕਹਿੰਦੇ ਆ। ਇਹ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸਿੱਧਾ। ਤੁਸੀਂ ਉਸ ਟਿੱਪਰ ਨੂੰ ਜਾ ਕੇ ਦੇਖੋ, ਉਹਦਾ ਕੰਡਾ ਕਰਾਇਆ ਜਾਵੇ, ਉਹ ਘੱਟ ਤੋਂ ਘੱਟ 50 ਪਲੱਸ ਹੋਏਗਾ, ਜਦ ਕਿ ਉਹ ਪਾਸ ਹੈਗਾ 8 ਤੋਂ 9 ਟਨ। ਅਮਿਤ ਸ਼ਾਹ ਦਾ ਨਾਂ ਕਿਵੇਂ ਜੁੜ ਰਿਹਾ ਇਸ ਮਾਈਨਿੰਗ ਦੇ ਨਾਲ? ਸਰ, ਇੱਧਰ ਸੁਣਨੇ 'ਚ ਆਇਆ ਕਿ ਉਹਨਾਂ ਦੇ ਬੇਟੇ ਜਿਹੜੇ ਇਹਦੇ 'ਚ ਇਨਵੋਲਵ ਹੈਗੇ ਆ। ਸੋ ਮੈਂ ਪੁਰਜੋਰ ਅਪੀਲ ਕਰਦਾ, ਵੈਸੇ ਤਾਂ ਸਰਕਾਰਾਂ ਨੂੰ ਆਲਰੇਡੀ ਪਤਾ ਹੈ ਰੋਪੜ ਜ਼ਿਲ੍ਹੇ 'ਚ ਜੋ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ, ਪਰ ਅਸੀਂ ਫਿਰ ਵੀ ਕਾਸ ਦੀ ਕਿਰਨ ਰੱਖਦੇ ਹੋਏ ਪੁਰਜੋਰ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੇ ਰੋਕ ਲਾਈ ਜਾਵੇ। ਜੋ ਪੰਜਾਬ ਦੇ ਖਜ਼ਾਨੇ ਤੇ ਢਾਹ ਲਾਈ ਜਾ ਰਹੀ ਹੈ ਉਹਨੂੰ ਰੋਕਿਆ ਜਾਵੇ, ਤੇ ਜੋ ਜੈਨੂਇਨ ਚੀਜ਼ ਹੈਗੀ ਆ, ਸੱਚ ਜੋ ਪੈਸਾ ਕਿ ਆਮ ਬੰਦੇ ਦਾ ਹੈ, ਇਹ ਆਮ ਬੰਦੇ ਤੱਕ ਹੀ ਪਹੁੰਚਣਾ ਚਾਹੀਦਾ, ਨਾ ਕਿ ਪੂੰਜੀਪਤੀਆਂ ਤੱਕ ਜਾਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਮੈਂ ਓਂਕਾਰ ਸਿੰਘ, ਸ਼੍ਰੀ ਚਮਕੌਰ ਸਾਹਿਬ ਤੋਂ, ਜ਼ਿਲ੍ਹਾ ਰੋਪੜ, ਏਸ਼ੀਆ ਟੀਵੀ। ਜਿਹੜਾ ਪਿੰਡਾਂ 'ਚ ਮੇਰਾ ਮਕਸਦ ਹੈ ਵੀ ਤੁਸੀਂ ਜਾਓ ਸਾਰੇ ਪਿੰਡਾਂ ਦੇ ਵਿੱਚ, ਲੋਕਾਂ ਨੂੰ ਅਵੇਅਰ ਕਰਕੇ ਵੱਧ ਤੋਂ ਵੱਧ ਜਾਗਰੂਕ ਕਰੋ। ਕਿਸੇ ਵੀ ਵੇਲੇ ਜਦੋਂ ਕਿਤੇ ਹੜ੍ਹ ਆਏ, ਇੱਥੇ ਦੁਬਾਰਾ ਹੜ੍ਹ ਆ ਸਕਦੇ ਆ, ਔਰ ਇਹਦੇ ਲਈ ਜੇ ਇੱਥੇ ਹੜ੍ਹ ਆਏ, ਜਿਹੜਾ ਲੋਕਲ ਐਸਡੀਐਮ ਹੈ, ਕੀ ਨਾਮ ਉਹਦਾ, ਇਹ ਜਿਹੜਾ ਹਰਪ੍ਰੀਤ ਸਿੰਘ ਆ ਵੀਰੋ, ਇਹਨੂੰ ਯਾਦ ਰੱਖਿਓ। ਜਦ ਕਿਤੇ ਵੀ ਹੜ੍ਹ ਆਏ ਤਾਂ ਇਹ ਜਿਹੜੇ ਐਸਡੀਐਮ ਹਰਪ੍ਰੀਤ ਸਿੰਘ ਇਹਦਾ ਜ਼ਿੰਮੇਵਾਰ ਹੋਊਗਾ। ਇਹ ਨੌਕਰੀ ਤਾਂ ਇਹਨੇ ਪੰਜਾਬ ਸਰਕਾਰ 'ਚ ਕਰਨੀ ਆ। ਜੇ ਕੱਲ ਨੂੰ ਹੜ੍ਹ ਆ ਕੇ ਦਰਿਆ ਦੇ ਟੁੱਟਣ ਕਰਕੇ ਇੱਥੇ ਜਾਨੀ ਨੁਕਸਾਨ ਹੋਇਆ, ਇਹ ਬੰਦਾ ਜਿੱਥੇ ਵੀ ਹੋਊਗਾ ਇਹਨੂੰ ਗਲਾਵੇਂ ਤੋਂ ਫੜ ਕੇ ਲਿਆ ਕੇ ਇੱਥੇ ਪਾਣੀ ਦੇ ਵਿੱਚ ਲਾਵਾਂਗੇ ਅੰਦਰ ਸੀ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੇ ਅਫਸਰ ਨੇ ਇਮਾਨਦਾਰੀ ਨਾਲ ਕੰਮ ਕਰਨਾ ਹੈ,
ਸਿਰਫ ਉਹਨੇ ਆਪਣੀ ਤਨਖਾਹ ਲੈ ਕੇ ਕੰਮ ਕਰਨਾ ਹੈ, ਤਾਂ ਵੀਰੋ ਉਹਨੂੰ ਕਿਸੇ ਅਫਸਰ, ਕਿਸੇ ਮੰਤਰੀ ਦੇ, ਕਿਸੇ ਮਾਫੀਆ ਦੇ ਹੇਠਾਂ ਲੱਗਣ ਦੀ ਲੋੜ ਨਹੀਂ ਹੋਇਆ ਕਰਦੀ ਹੁੰਦੀ। ਜਿਹੜੇ ਇਹੋ ਜਿਹੇ ਅਫਸਰ ਅੱਜ ਮਾਫੀਆ ਦੇ ਹੇਠਾਂ, ਅੱਜ ਮੰਤਰੀ ਦੇ ਹੇਠਾਂ ਲੱਗ ਕੇ ਤੁਹਾਡੀਆਂ ਸੜਕਾਂ ਤੋੜਦੇ ਆ, ਤੁਹਾਡੇ ਆਉਣ ਵਾਲੀ ਪਨੀਰੀ ਨੂੰ ਇਹ ਹੜ੍ਹਾਂ ਦੇ ਕਿਨਾਰੇ ਬਿਠਾ ਕੇ ਤੁਹਾਡੇ ਟੱਬਰਾਂ ਨੂੰ ਪਾਣੀ 'ਚ ਰੋੜ ਸਕਦੇ ਆ, ਤਾਂ ਯਾਦ ਰੱਖ ਲਿਓ ਇਹ ਕਦੇ ਕਿਸੇ ਦੇ ਸਕੇ ਨਹੀਂ। ਇਹੋ ਜਿਹੇ ਅਫਸਰਾਂ ਨੂੰ ਤੁਰਦਾ ਕਰਨਾ ਚਾਹੀਦਾ। ਲੋਕ ਜਿਹੜਾ ਇੱਥੇ ਦਾ ਡੀਸੀ ਆ ਉਹ ਫੇਰ ਚੰਗਾ ਜੇ ਗੱਲ ਸੁਣਦਾ ਸਾਡੀ, ਐਸਐਸਪੀ ਫੇਰ ਚੰਗਾ ਸਾਡੀ ਗੱਲ ਸੁਣਦਾ, ਲੇਕਿਨ ਜਿਹੜਾ ਲੋਕਲ ਪੁਲਿਸ ਦਾ ਤੰਤਰ ਹੈ ਉਹ ਔਰ ਲੋਕਲ ਜਿਹੜਾ ਐਸਟੀਐਮ ਹੈ ਸਾਨੂੰ ਸਖਤ ਇਤਰਾਜ਼ ਹੈ ਉਹਦੇ ਉੱਤੇ। ਲੋਕਲ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਸੋ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ। ਸੋ ਅੱਜ ਇੱਥੇ ਮਾਈਨਿੰਗ ਨੂੰ ਲੈ ਕੇ ਇੱਕ ਧਰਨਾ ਦਿੱਤਾ ਗਿਆ ਹੈ। ਸੋ ਆਪਾਂ ਚਰਨਜੀਤ ਸਿੰਘ ਜੀ ਜੋ ਆਮ ਆਦਮੀ ਪਾਰਟੀ ਤੋਂ ਇੱਥੋਂ ਉਮੀਦਵਾਰ ਰਹੇ ਨੇ, ਸੋ ਉਹਨਾਂ ਦੇ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਥੀਓ, ਅੱਜ ਜੋ ਇਹ ਧਰਨਾ ਦਿੱਤਾ ਗਿਆ ਹੈ, ਇਹ ਆਮ ਲੋਕਾਂ ਨੇ ਲੋਕ ਹਿੱਤ 'ਚ ਇਹ ਧਰਨਾ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਤੇ ਆਮ ਲੋਕ ਇਕੱਠੇ ਹੋਏ ਨੇ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪਾਰਟੀਆਂ ਦੇ ਵੀ ਲੋਕ ਇੱਥੇ ਪਹੁੰਚੇ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਿਛਲੇ 15 ਸਾਲ ਤੋਂ, ਜਦੋਂ ਤੋਂ ਸਾਡੇ ਇੱਥੇ ਜਿਹੜੇ ਵਿਧਾਇਕ ਨੇ ਇੱਥੋਂ, ਜੋ ਅੱਜ ਕੈਬਨਿਟ ਮੰਤਰੀ ਵੀ ਨੇ, ਇਹ 15 ਸਾਲ ਤੋਂ ਹੀ ਇਹ ਸਾਡੀ ਜਿਹੜੀ ਸ਼ਹੀਦਾਂ ਦੀ, ਸਾਹਿਬਜ਼ਾਦਿਆਂ ਦੀ ਧਰਤੀ, ਅੱਜ ਪਹਿਲਾਂ ਤਾਂ ਇਹ ਨਸ਼ਿਆਂ ਦੀ ਰਾਜਧਾਨੀ ਬਣੀ ਹੋਈ ਸੀ। ਕਦੇ ਪਹਿਲਾਂ 15 ਸਾਲ ਤੋਂ ਪਹਿਲਾਂ ਅਸੀਂ ਕਦੇ ਸੁਣਿਆ ਨਹੀਂ ਸੀ ਕਿ ਇੱਥੇ ਕਿਤੇ ਨਸ਼ੇ ਇਲੈਕਸ਼ਨ 'ਚ ਵਰਤੇ ਜਾਂਦੇ ਹੋਣ। ਲੇਕਿਨ ਪਿਛਲੇ 15 ਸਾਲ ਤੋਂ ਇਹ ਜਿਹੜਾ ਸਾਡਾ ਪਵਿੱਤਰ ਸ਼ਹਿਰ ਹੈ, ਇੱਕ ਨਸ਼ਿਆਂ ਦੀ ਜਿਹੜੀ ਰਾਜਧਾਨੀ ਬਣੀ ਜਾ ਰਹੀ ਹੈ। ਔਰ 15 ਸਾਲ ਤੋਂ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੋ ਮਾਫੀਆ ਰਾਜ ਪਿਛਲੇ 10 ਸਾਲ ਤੋਂ ਚੱਲ ਰਿਹਾ ਸੀ, ਇਹ ਜਿਹੜੀ ਨਵੀਂ ਸਰਕਾਰ ਆਈ ਹੈ, ਇਹ ਵੀ ਮਾਫੀਆ ਦੀ ਸਰਕਾਰ ਹੈ। ਉਹ ਕਹਿੰਦੇ ਨਾ ਵੀ ਬੋਤਲਾਂ ਹੀ ਬਦਲੀਆਂ, ਸ਼ਰਾਬ ਉਹੀ ਹੈ। ਸੋ ਕੋਈ ਫਰਕ ਨਹੀਂ ਪਿਆ। ਉਹੀ ਲੋਕ ਹੁਣ ਜਿਹੜੇ ਪਹਿਲਾਂ 10 ਸਾਲ ਪਹਿਲਾਂ ਰਾਜ ਕਰਦੇ ਸੀ, ਪਹਿਲਾਂ ਉਹ ਮਾਫੀਆ ਚਲਾਉਂਦੇ ਸੀ, ਤੇ ਅੱਜ ਇਹ 5 ਸਾਲ ਤੋਂ ਕਾਂਗਰਸ ਸਾਲ ਜੋ ਕਾਬਜ਼ ਹੈ ਇੱਥੇ, ਇਹ ਮਾਫੀਆ ਦੀ ਪੂਰੀ ਸਰਕਾਰ ਬਣੀ ਹੋਈ ਹੈ। ਨਸ਼ੇ ਉਸੇ ਤਰ੍ਹਾਂ ਹੀ ਸਾਡੇ ਨੌਜਵਾਨੀ ਨੂੰ ਖਤਮ ਕਰ ਰਹੇ ਨੇ, ਤੇ ਕਰਜ਼ੇ ਜਿਹੜੇ ਆ ਉਹਨਾਂ ਨੇ ਸਾਡੀ ਕਿਸਾਨੀ ਖਤਮ ਕਰਤੀ। ਤੇ ਅੱਜ ਇਹ ਜਿਹੜਾ ਮਾਈਨਿੰਗ ਦਾ ਮਾਫੀਆ ਚੱਲ ਰਿਹਾ, ਉਹ ਵੀ ਸਾਡੇ ਇਸ ਹਲਕੇ 'ਚ, ਮੇਰਾ ਖਿਆਲ ਹੈ ਕਿ ਅੱਜ ਮੈਂ ਕਹਿ ਸਕਦਾ ਕਿ ਚਮਕੌਰ ਸਾਹਿਬ ਜਿਹੜੀ ਹੈ ਇਹ ਮਾਈਨਿੰਗ ਦਾ, ਰੇਤ ਮਾਈਨਿੰਗ ਦਾ ਵੀ ਜਿਹੜੀ ਰਾਜਧਾਨੀ ਬਣੀ ਹੋਈ। ਸੋ ਜਦੋਂ ਸਰਕਾਰ ਅਕਾਲੀ ਦਲ ਦੀ ਆਉਂਦੀ ਹੈ, ਸੋ ਉਸ ਸਮੇਂ ਕਿਹਾ ਜਾਂਦਾ ਹੈ ਕਿ ਜੀ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਉਹ ਰੇਤ ਬਜਰੀ ਰੋਪੜ ਸ਼ਹਿਰ ਦੀ ਖਾ ਗਏ। ਸੋ ਜਦੋਂ ਕਾਂਗਰਸ ਆਉਂਦੀ ਹੈ, ਫਿਰ ਇਹਨਾਂ ਨੂੰ ਕਿਹਾ ਜਾਂਦਾ ਇਹ ਜਿਹੜਾ ਸਿਲਸਿਲਾ ਇਹ ਕਦੋਂ ਖਤਮ ਹੋਏਗਾ ਜੀ? ਦੇਖੋ ਜੀ, ਇਹ ਜੋ ਇਹ ਰਵਾਇਤੀ ਜਿਹੜੀਆਂ ਪਾਰਟੀਆਂ, ਚਾਹੇ ਅਕਾਲੀ ਦਲ, ਚਾਹੇ ਕਾਂਗਰਸ, ਚਾਹੇ ਬੀਜੇਪੀ, ਇਹਨਾਂ ਦਾ ਜਿਹੜਾ ਬੁਨਿਆਦੀ ਢਾਂਚਾ ਹੈ ਨਾ, ਉਹ ਬੇਈਮਾਨੀ ਤੇ ਨਿਰਭਰ ਹੈ। ਇਹ ਬੇਈਮਾਨ ਪਾਰਟੀਆਂ, ਤੇ ਇਹਦਾ ਇੱਕੋ ਹੀ ਇਲਾਜ ਹੈ ਕਿ ਇੱਕ ਇਮਾਨਦਾਰ ਪਾਰਟੀ ਜਿਵੇਂ ਦਿੱਲੀ 'ਚ ਆਮ ਆਦਮੀ ਪਾਰਟੀ ਹੈ, ਉਹ ਆ ਕੇ ਕੁਛ ਜਿਹੜਾ ਬਦਲਾਅ ਕਰ ਸਕਦੀ ਹੈ। ਤੇ ਅੱਜ ਪੰਜਾਬ ਨੂੰ ਵੀ ਇੱਕ ਐਸੀ ਹੀ ਰਾਜਨੀਤੀ ਦੀ ਲੋੜ ਹੈ ਜਿੱਥੇ ਕਿ ਰਾਜਨੀਤਿਕ ਜਿਹੜੇ ਰਾਜ ਕਰ ਰਹੇ ਉਹਨਾਂ ਦੀ ਨੀਅਤ ਔਰ ਨੀਤੀ ਜਿਹੜੀ ਹੈ ਉਹ ਸਾਫ਼ ਹੋਵੇ, ਤਾਂ ਹੀ ਕੋਈ ਬਦਲਾਅ ਆ ਸਕਦਾ। ਸੋ ਜਿਹੜੇ ਮਾਈਨਿੰਗ ਕਰਮਚਾਰੀ ਕਰਿੰਦੇ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ 5 ਲੱਖ ਰੁਪਏ ਜਿਹੜਾ ਗੁਰਨਾਮ ਸਿੰਘ ਜੱਸੜਾ ਨੂੰ ਦਿੱਤਾ, ਉਹਨਾਂ ਵੱਲੋਂ ਆਰੋਪ ਲਗਾਏ ਗਏ ਨੇ। ਸੋ ਇਹਦੇ ਬਾਰੇ ਕੀ ਤੁਸੀਂ ਜਾਂਚ ਕੀਤੀ, ਕੀ ਤੁਹਾਨੂੰ ਪਤਾ ਚੱਲਿਆ ਜੀ? ਨਹੀਂ, ਦੇਖੋ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਅਗਰ ਅੱਜ ਦਾ ਜਿਹੜਾ ਧਰਨਾ ਹੈ ਇਹ ਗੁਰਨਾਮ ਸਿੰਘ ਜੱਸੜਾ ਵੱਲੋਂ ਹੀ ਇੱਥੇ ਆਯੋਜਿਤ ਕੀਤਾ ਗਿਆ। ਜੇ ਉਹਨਾਂ ਨੇ ਪੈਸੇ ਲਏ ਹੁੰਦੇ ਤਾਂ ਉਹ ਇੱਦਾਂ ਜਿਹੜੀ ਹੈ ਜੋ ਮੌਜੂਦਾ ਸਰਕਾਰ ਔਰ ਕੈਬਨਿਟ ਮੰਤਰੀ ਦੇ ਖਿਲਾਫ ਐਡਾ ਵੱਡਾ ਜਿਹੜਾ ਧਰਨਾ ਨਾ ਆਯੋਜਨ ਕਰਦੇ। ਸੋ ਹੁਣ ਅੱਗੇ ਇੱਥੇ ਜਿਹੜਾ ਧਰਨਾ ਹੈ, ਇਸ ਤੋਂ ਬਾਅਦ ਕੀ ਮੰਗ ਪੱਤਰ ਹੈ ਜਿਹੜਾ ਹੁਣ ਤੱਕ ਜਿਹੜੇ ਜਥੇਬੰਦੀ ਹੈ ਉਰੇ, ਉਹ ਕਹਿ ਰਹੀ ਹੈ ਵੀ ਜਿਹੜਾ ਪਹਿਲਾ ਮੰਗ ਪੱਤਰ ਦਿੱਤਾ ਸੀ ਪਹਿਲਾਂ, ਅਸੀਂ ਉਹਦੇ ਤੇ ਚਾਹੁੰਦੇ ਹਾਂ ਕਾਰਵਾਈ ਹੋਵੇ, ਵੀ ਅੱਜ ਅਸੀਂ ਕੋਈ ਮੰਗ ਪੱਤਰ ਵੀ ਨਹੀਂ ਦੇਣਾ, ਅਸੀਂ ਚਾਹੁੰਦੇ ਹਾਂ ਕਿ ਜੋ ਇਨਸਾਫ ਹੋਵੇ। ਇਨਸਾਫ ਹੀ ਚਾਹੁੰਦੇ। ਅੱਜ ਲੋਕ ਅੱਜ ਇੱਥੇ ਆਮ ਲੋਕ ਇਕੱਠੇ ਹੋਏ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਪੁਲਿਸ ਅਗਰ ਉਹ ਇਨਸਾਫ ਪਸੰਦ ਹੈ, ਇਨਸਾਫ ਕਰਦੀ ਹੈ, ਤਾਂ ਮੈਂ ਚਾਹੁੰਦਾ ਕਿ ਅੱਜ ਇੱਥੇ ਜਿਹੜੇ ਡੀਐਸਪੀ ਸਾਹਿਬ ਨੇ ਜਾਂ ਐਸਐਸਪੀ, ਉਹ ਆਪ ਆ ਕੇ ਦੇਖਣ ਕਿ ਬੇਲੇ ਮੰਡੀ ਦੇ ਅੰਦਰ ਸਾਰੇ ਟਿੱਪਰ ਇਕੱਠੇ ਹੋਏ ਆ, ਔਰ ਉਹਨਾਂ 'ਚ ਜੋ ਅਲਾਉਡ ਜਿੰਨਾ ਹੈਗਾ, ਜਿਵੇਂ 8 ਟਨ 12 ਟਨ, ਉਸ ਤੋਂ ਬਹੁਤ ਜ਼ਿਆਦਾ ਜਿਹੜੇ ਟਿੱਪਰ ਉਹ ਭਰੇ ਖੜੇ ਆ ਉੱਥੇ, ਤੇ ਉਹ ਆਣ, ਉਹਨਾਂ ਦਾ ਚਲਾਨ ਕਰਨ, ਜੋ ਬਣਦੀ ਕਾਰਵਾਈ ਕਰਨ। ਤੇ ਲੋਕ ਵੀ ਇਹੀ ਚਾਹੁੰਦੇ ਆ। ਇਹੀ ਨਹੀਂ, ਇਹ ਲੋਕ ਇਸ ਲਈ ਵੀ ਦੁਖੀ ਹੈ
ਕਿ ਉੱਥੋਂ ਮਾਈਨਿੰਗ ਹੋ ਰਹੀ ਹੈ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਹੜ੍ਹ ਆਏ ਸੀ, ਔਰ ਪੂਰਾ ਹੁਣ ਸਮਾਂ ਜਿਹੜਾ ਬਰਸਾਤਾਂ ਦਾ ਆ ਰਿਹਾ, ਹੜ੍ਹਾਂ ਦਾ ਜਿਹੜਾ ਖਤਰਾ ਹੈ ਉਹ ਲੋਕਾਂ ਨੂੰ ਬਹੁਤ ਸਤਾ ਰਿਹਾ ਕਿ ਜੇ ਪਾਣੀ ਆ ਗਿਆ ਪਿੰਡ ਦੇ ਪਿੰਡ ਰੁੜ ਸਕਦੇ ਆ। ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਜਿਹੜਾ ਤੁਹਾਡੇ ਤੇ ਆਰੋਪ ਲੱਗਦੇ ਨੇ, ਅਸੀਂ ਜਦੋਂ ਦੂਜੀ ਧਿਰ ਨੂੰ ਜਾ ਕੇ ਪੁੱਛਦੇ ਹਾਂ ਜਿਹੜੇ ਰੇਤੇ ਦਾ ਕੰਮ ਚਲਾ ਰਹੇ ਨੇ, ਉਹ ਕਹਿੰਦੇ ਨੇ ਠੇਕੇਦਾਰ ਕਿ ਅਸੀਂ ਜਿਹੜਾ ਪੈਸਾ ਜਮ੍ਹਾਂ ਕਰਵਾਇਆ ਤੇ ਅਸੀਂ ਦਰਿਆ ਨੂੰ ਸਾਫ਼ ਕਰਨ ਦਾ ਕੰਮ ਕਰ ਰਹੇ ਹਾਂ। ਦੇਖੋ ਜੀ, ਇਹ ਸਾਰੀਆਂ ਲੋਕਾਂ ਨੂੰ ਜਿਹੜੀਆਂ ਮਿੱਠੀਆਂ ਗੋਲੀਆਂ ਦਿੰਦੇ ਆ, ਇਹ ਲੋਕਾਂ ਨੂੰ ਲੁੰਬੜ ਚਾਲਾਂ 'ਚ ਪਾਉਂਦੇ ਆ। ਇੱਕ ਜਿਹੜਾ ਮਾਫੀਆ, ਚਾਹੇ ਉਹ ਰੇਤ ਮਾਫੀਆ, ਚਾਹੇ ਸ਼ਰਾਬ ਮਾਫੀਆ, ਚਾਹੇ ਕੋਈ ਹੋਰ ਮਾਫੀਆ, ਇਹ ਸਰਕਾਰ ਦੀ ਛਤਰ ਛਾਇਆ ਤੋਂ ਬਿਨਾਂ ਨਹੀਂ ਚੱਲ ਸਕਦਾ। ਇਹ ਜਿਹੜੇ ਇਹਦੇ 'ਚ ਤਿੰਨ ਜਿਹੜੇ ਲੋਕ ਨੇ, ਚਾਹੇ ਇੱਕ ਤਾਂ ਮਾਫੀਆ ਦੇ ਜਿਹੜੇ ਗੈਂਗਸਟਰ ਜਾਂ ਮਾਫੀਆ ਦੇ ਚਲਾਉਣ ਵਾਲੇ, ਤੇ ਦੂਜਾ ਪ੍ਰਸ਼ਾਸਨ, ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ, ਚਾਹੇ DC ਆਫਿਸ ਦਾ ਜਿਹੜਾ ਜ਼ਿਲ੍ਹੇ ਦਾ ਪ੍ਰਸ਼ਾਸਨ, ਤੇ ਨਾਲ ਜਿਹੜੇ ਇਹ ਜਿਹੜੀ ਸਰਕਾਰ ਹੈ, ਇਸ ਦੇ ਮੰਤਰੀ ਸ਼ੰਤਰੀ, ਇਹ ਸਾਰੇ ਹੀ ਇਹਦੇ ਵਿੱਚ ਨਾਲ ਜੁੜੇ ਹੋਏ ਨੇ। ਬਿਨਾਂ ਸਰਕਾਰ ਦੇ ਕੋਈ ਮਾਫੀਆ ਨਹੀਂ ਚੱਲ ਸਕਦਾ। ਇੱਕ ਦਿਨ ਦੇ ਅੰਦਰ ਮਾਫੀਏ ਸਾਰੇ ਖਤਮ ਹੋ ਸਕਦੇ ਆ ਅਗਰ ਸਰਕਾਰ ਦੀ ਨੀਅਤ ਤੇ ਔਰ ਨੀਤੀ ਜਿਹੜੀ ਉਹ ਸਹੀ ਹੋਵੇ। ਸੋ ਤੁਸੀਂ ਇੱਥੋਂ ਇੱਕ ਵੱਡੀ ਚੋਣ ਲੜੀ ਹੈ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਪਿੰਡਾਂ ਦੇ ਵਿੱਚ ਜਾਂਦੇ ਹੋ, ਤੇ ਇੱਥੇ ਦੀ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਜੀ? ਬਹੁਤ ਮਾੜਾ ਹਾਲ ਹੈ। ਤੁਸੀਂ ਰੋਜ਼ ਦੇਖਦੇ ਹੋ, ਮੈਂ ਤੁਹਾਨੂੰ ਮਰਿੰਡੇ ਸ਼ਹਿਰ ਜਾਂ ਆਪਣੇ ਹਲਕੇ ਦੀ ਉਹ ਗੱਲ ਕਰਦਾ ਕਿ ਇੱਥੇ ਰੋਜ਼ ਕੋਈ ਨਾ ਕੋਈ ਦੁਕਾਨਦਾਰ ਜਿਹੜੀਆਂ ਚੋਰੀਆਂ ਹੁੰਦੀਆਂ, ਔਰ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਆ ਪਿੱਛੇ ਜੇ ਮਰਿੰਡੇ ਸਾਡੇ ਸ਼ਹਿਰ 'ਚ ਇੱਕ ਦੁਕਾਨ ਤੇ ਡਾਕਾ ਪਿਆ, ਤਾਂ ਉਸ ਜਿਹੜਾ ਦੁਕਾਨਦਾਰ ਸੀ ਉਹਦਾ ਗੱਲਾ ਲੁੱਟਣ ਤੋਂ ਬਾਅਦ ਉਹਦਾ ਹੱਥ ਵੀ ਜਿਹੜਾ ਹੈਗਾ ਅੰਗੂਠਾ ਵੀ ਕੱਟਦਾ ਗਿਆ। ਤੇ ਸਾਡੇ ਹਲਕੇ ਦੀ ਹੋਈ ਜੇ ਮੈਂ ਗੱਲ ਕਰਾਂ ਤਾਂ ਸਾਡੇ ਹਲਕੇ 'ਚ ਇੱਥੇ 2-3 ਕਤਲ ਹੋ ਚੁੱਕੇ ਆ। ਉਹਨਾਂ ਦੇ ਖਿਲਾਫ ਅਸੀਂ ਬੜੀ ਆਵਾਜ਼ ਉਠਾਈ, ਲੇਕਿਨ ਅੱਜ ਤੱਕ ਜਿਹੜੇ ਕਾਤਲ ਹੈ ਉਹ ਨਹੀਂ ਲੱਭੇ ਗਏ। ਬਹੁਤ ਮਾੜਾ ਹਾਲ ਹੈ, ਬੁਰੇ ਹਾਲ ਹੈ, ਮਾਫੀਆ ਚੱਲ ਰਿਹਾ ਔਰ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਇੱਕ ਆਖਰੀ ਸਵਾਲ ਹੈ ਜੀ, ਨਸ਼ੇ ਦਾ ਇਸ ਏਰੀਏ ਦੇ ਵਿੱਚ ਨੌਜਵਾਨ ਕੀ ਨਸ਼ੇ ਤੋਂ ਬਚ ਰਹੇ ਨੇ, ਉਹਨਾਂ ਦੀਆਂ ਜਾਨਾਂ ਬਚ ਰਹੀਆਂ, ਜਾਂ ਨਸ਼ਾ ਵੇਚਣ ਵਾਲੇ ਜਿਹੜੇ ਸਰਗਨਾ ਨੇ ਉਹਨਾਂ ਦਾ ਹਾਲਾਤ ਕੀ ਨੇ ਇਸ ਏਰੀਏ ਦੇ ਵਿੱਚ? ਕੀ ਨੌਜਵਾਨਾਂ ਦਾ ਕੋਈ ਬਚਾਅ ਹੈ? ਕੋਈ ਕਮੇਟੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਉਹਨਾਂ ਨੂੰ ਅਵੇਅਰ ਕਰਨ? ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ 15 ਸਾਲ ਤੋਂ ਹੀ ਸਾਡੇ ਇਸ ਹਲਕੇ 'ਚ ਨਸ਼ਾ ਆਇਆ, ਤੇ ਮੈਂ ਸ਼ਰੇਆਮ ਕਹਿੰਦਾ ਵੀ ਜਦੋਂ ਤੋਂ ਇਹ ਇਲੈਕਸ਼ਨਾਂ 'ਚ ਨਸ਼ੇ ਚੱਲਣੇ ਸ਼ੁਰੂ ਹੋਏ ਆ, ਔਰ ਇਹਦੇ ਲਈ ਸਰਕਾਰਾਂ ਹੀ ਜ਼ਿੰਮੇਵਾਰ ਹੈ। ਕਿਉਂਕਿ ਅੱਜ ਕਿਸੇ ਵੀ ਪਿੰਡ 'ਚ ਤੁਸੀਂ ਚੱਲ ਜਾਓ, ਉੱਥੇ ਇਹੀ ਪਤਾ ਲੱਗਦਾ ਕਿ 15 ਸਾਲ ਤੋਂ ਕਿਸੇ ਨੂੰ ਵੀ ਕੋਈ ਜਿਹੜਾ ਹੈਗਾ ਨੌਜਵਾਨ ਨੂੰ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ। ਤੇ ਮੇਰਾ ਖਿਆਲ ਹੈ ਵੀ ਪੜ੍ਹੇ ਲਿਖੇ ਨੌਜਵਾਨ ਜਦੋਂ ਸੜਕਾਂ ਤੇ ਆ ਜਾਂਦੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਤਾਂ ਉੱਥੇ ਨਸ਼ੇ ਦਾ ਜਿਹੜਾ ਬੀਜ ਬੋਇਆ ਗਿਆ। ਕਿਉਂਕਿ ਪੜ੍ਹ ਲਿਖ ਕੇ ਜਿਹੜੇ ਨੌਜਵਾਨ ਨਿਰਾਸ਼ ਹੋ ਕੇ ਫਿਰ ਨਸ਼ਿਆਂ ਵੱਲ ਨੂੰ ਹੀ ਭੱਜਦੇ ਆ। ਦੂਸਰਾ, ਸਰਕਾਰ ਦੀ ਕੋਈ ਐਸੀ ਨੀਤੀ ਨਹੀਂ ਕਿ ਉਹਨਾਂ ਨੂੰ ਖੇਡਾਂ 'ਚ ਜਾਂ ਕਿਸੇ ਹੋਰ ਪਾਸੇ ਜਿਹੜਾ ਉਹ ਪਾਇਆ ਜਾਵੇ। ਇਸ ਕਰਕੇ ਇਹ ਜਿਹੜਾ ਸਰਕਾਰ ਹੀ ਜ਼ਿੰਮੇਵਾਰ ਹੈ ਇਹਦੇ ਲਈ। ਦੂਸਰੀ ਗੱਲ ਹੈ ਜਿਹੜੀ ਤੁਸੀਂ ਕਿਹਾ ਵੀ ਕਮੇਟੀਆਂ ਬਣਾਉਣ ਦੀ, ਉਹ ਸਾਨੂੰ ਆਪਣੇ ਪੱਧਰ ਤੇ ਸਾਡੇ ਕਲੱਬ ਬਣੇ ਹੋਏ ਨੇ, ਉਹਨਾਂ ਨੂੰ ਅਸੀਂ ਉਤਸ਼ਾਹਿਤ ਜ਼ਰੂਰ ਕਰਦੇ ਹਾਂ ਕਿ ਨਸ਼ਿਆਂ ਨੂੰ ਤੁਸੀਂ ਖੇਡਾਂ ਵੱਲ, ਸਪੋਰਟਸ ਵੱਲ ਲਗਾਓ ਤਾਂ ਕਿ ਉਹ ਨਸ਼ਿਆਂ ਵੱਲ ਨਾ ਜਾਣ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਚਰਨਜੀਤ ਸਿੰਘ ਜੀ, ਹਲਕਾ ਚਮਕੌਰ ਸਾਹਿਬ ਤੋਂ। ਸੋ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ। ਸੋ ਮੈਂ ਓਂਕਾਰ ਸਿੰਘ, ਏਸ਼ੀਆ TV, ਚਮਕੌਰ ਸਾਹਿਬ, ਰੂਪਨਗਰ।